ਅੱਜ ਇੱਕ ਵਾਰੀ ਫਿਰ ਬੁੱਧਵਾਰ ਨੂੰ ਮੈਂ ਤੁਹਾਡੇ ਸਾਰਿਆਂ ਨਾਲ ਰੂਬਰੂ ਹੋ ਰਹੀ ਹਾਂ। ਗੱਲਾਂ ਸਾਂਝੀ ਕਰਨ ਲਈ ਕੁਝ ਗੱਲਾਂ ਕਰਨਾ ਚਾਹੁੰਦੇ ਹਾਂ। ਕੋਵਿਡ ਦੀ ਮਹਾਂਮਾਰੀ ਜਿਸ ਤਰ੍ਹਾਂ ਸਾਨੂੰ ਪਤਾ ਹੈ ਪੂਰੀ ਦੁਨੀਆ ਵਿੱਚ ਫੈਲ ਗਈ ਹੈ ਅਤੇ ਹੁਣ ਪਿਛਲੇ ਕੁਝ ਦਿਨਾਂ ਦੇ ਵਿੱਚ ਪੰਜਾਬ ਵਿੱਚ ਸਾਡੇ ਜ਼ਿਲ੍ਹੇ ਦੇ ਵਿੱਚ ਵੀ ਬਹੁਤ ਕੇਸਿਸ ਇਸ 'ਤੇ ਆਉਣ ਲੱਗ ਗਏ ਹੈ। ਪਿਛਲੇ ਹਫ਼ਤੇ ਹੀ ਸਾਡੇ ਜ਼ਿਲ੍ਹੇ ਦੇ ਵਿੱਚ 3 ਲੋਕਾਂ ਦੀ ਇਸ ਕਾਰਨ ਮੌਤ ਵੀ ਹੋਈ ਹੈ, ਜਿਸ ਦਾ ਸਾਨੂੰ ਬਹੁਤ ਹੀ ਦੁੱਖ ਹੈ। ਤਾਂ ਇਸ ਕਾਰਨ ਮੈਂ ਲੋਕਾਂ ਨਾਲ ਕੁਝ ਗੱਲਾਂ ਸਾਂਝਾ ਕਰਨਾ ਚਾਹੁੰਦੀ ਹਾਂ, ਕੁਝ ਤੁਹਾਡੇ ਮਨ 'ਚ ਸ਼ੰਕਾਵਾਂ ਹੈ ਉਹ ਦੂਰ ਕਰਨੀਆਂ ਚਾਹੁੰਦੀ ਹਾਂ ਅਤੇ ਤੁਹਾਨੂੰ ਅਪੀਲ ਕਰਨਾ ਚਾਹੁੰਦੀ ਹਾਂ ਕਿ ਸਾਨੂੰ ਇਸ ਤੋਂ ਡਰਨਾ ਨਹੀਂ ਹੈ, ਅਸੀਂ ਇਸ ਨੂੰ ਮਿਲ ਕੇ ਕਿਸ ਤਰ੍ਹਾਂ ਲੜ ਸਕਦੇ ਹਾਂ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਸਥਿਤੀ ਬਾਰੇ ਜਾਣੂ ਕਰਾਉਣਾ ਚਾਹੁੰਦੀ ਹਾਂ। ਅੱਜ ਦੀ ਡੇਟ ਵਿੱਚ ਸਾਡੇ ਜ਼ਿਲ੍ਹੇ ਦੇ ਵਿੱਚ ਕੁੱਲ 130 ਪੇਸ਼ੈਂਟਸ ਹੈ ਜੋ ਐਕਟਿਵਲੀ ਅੱਜ ਦੀ ਡੇਟ ਵਿੱਚ ਕੋਰੋਨਾ ਨਾਲ ਲੜ ਰਹੇ ਹਨ। ਅੱਜ ਦੀ ਡੇਟ ਵਿੱਚ ਇਹ ਸਾਰੇ 130 ਮਰੀਜ਼ ਠੀਕ ਠਾਕ ਹਨ। 130 ਵਿੱਚੋਂ 68 ਮਰੀਜ਼ ਅੱਜ ਦੀ ਡੇਟ ਵਿੱਚ ਆਪਣੇ ਘਰਾਂ ਵਿੱਚ ਹੀ ਬਿਲਕੁਲ ਸਵਸਥ ਹਨ ਅਤੇ ਆਪਣੇ ਘਰਾਂ 'ਚ ਹੀ ਆਈਸੋਲੇਟ ਹੋ ਕੇ ਆਪਣਾ ਦੇਖਭਾਲ ਕਰ ਰਹੇ ਹਨ। ਉਹਨਾਂ ਦੀ ਦੇਖਭਾਲ ਘਰਾਂ ਦੇ ਵਿੱਚ ਫੋਨ ਦੇ ਰਾਹੀਂ, ਵੀਡੀਓ ਕਾਲ ਦੇ ਰਾਹੀਂ ਸਾਡੀ ਟੀਮ, ਸਾਡੇ ਡਾਕਟਰਸ ਵੀ ਉਹਨਾਂ ਦਾ ਫੋਲੋਅਪ ਕਰਦੇ ਹੈ ਅਤੇ ਅਸੀਂ ਉਹਨਾਂ ਦੀ ਸਮੇਂ-ਸਮੇਂ 'ਤੇ ਫੀਡਬੈਕ ਲੈਂਦੇ ਰਹਿੰਦੇ ਹਨ ਕਿ ਉਹਨਾਂ ਦੀ ਸਿਹਤ ਠੀਕ ਹੈ। ਇਹ ਗੱਲ ਮੈਂ ਤੁਹਾਨੂੰ ਕਿਉਂ ਦੱਸਣਾ ਚਾਹ ਰਹੀ ਹਾਂ, ਇਹ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਕਈ ਵਾਰੀ ਸਾਨੂੰ ਇਸ ਤਰ੍ਹਾਂ ਪਤਾ ਚੱਲਿਆ ਹੈ ਕਿ ਕਈ ਲੋਕਾਂ ਨੂੰ ਲੱਛਣ ਹੁੰਦੇ ਹਨ, ਕਈਆਂ ਨੂੰ ਸ਼ੰਕਾ ਹੁੰਦੀ ਹੈ ਕਿ ਮੈਂ ਕਿਸੇ ਕੋਰੋਨਾ ਪੀੜਤ ਮਰੀਜ਼ ਦੇ ਸੰਪਰਕ ਵਿੱਚ ਆਇਆ ਸੀ, ਪਰ ਜੇ ਮੈਂ ਆਪਣਾ ਟੈਸਟ ਕਰਾਇਆ ਤਾਂ ਮੈਨੂੰ ਆਈਸੋਲੇਟ ਕਰ ਦਿੱਤਾ ਜਾਏਗਾ, ਮੈਨੂੰ ਲਿਆ ਕੇ ਹੌਸਪੀਟਲ ਵਿੱਚ ਦਾਖਲ ਕਰਾ ਦਿੱਤਾ ਜਾਏਗਾ, ਮੈਨੂੰ 15 ਦਿਨ ਲਈ ਦਾਖਲ ਕਰ ਦਿੱਤਾ ਜਾਏਗਾ, ਮੇਰਾ ਘਰ-ਬਾਰ, ਕਾਰੋਬਾਰ ਸਾਰਾ ਕੁਝ ਬੰਦ ਹੋ ਜਾਏਗਾ। ਸੋ ਇਸ ਲਈ ਮੈਂ ਤੁਹਾਨੂੰ ਇਹ ਦੱਸਣਾ ਚਾਹ ਰਹੀ ਹਾਂ ਕਿ ਟੈਸਟ ਕਰਾਉਣ ਨਾਲ ਜੇਕਰ ਕੋਈ ਵਿਅਕਤੀ ਪੋਜ਼ੀਟਿਵ ਆਉਂਦਾ ਹੈ ਤਾਂ ਇਸ ਨੂੰ ਇਸ ਤਰ੍ਹਾਂ ਨਾ ਲਿੱਤਾ ਜਾਏ ਕਿ ਉਸ ਨੂੰ ਜਬਰਨ ਜ਼ਬਰਦਸਤੀ ਲਿਆ ਕੇ ਹਸਪਤਾਲ ਵਿੱਚ ਬੰਦ ਕਰ ਦਿੱਤਾ ਜਾਏਗਾ। ਵਿਅਕਤੀ ਦੀ ਸਿਹਤ ਦੀ ਸਥਿਤੀ ਨੂੰ ਦੇਖਦੇ ਹੋਏ, ਜੇਕਰ ਕਿਸੇ ਦੀ ਸਿਹਤ ਦੀ ਸਥਿਤੀ ਠੀਕ ਹੈ, ਚੰਗੀ ਹੈ, ਤੰਦਰੁਸਤ ਹੈ, ਕੋਈ ਨਾਲ ਹੋਰ ਬਿਮਾਰੀਆਂ ਨਹੀਂ ਹੈ, ਘਰ ਵਿੱਚ ਯੋਗ ਸਹੂਲਤਾਂ ਮੌਜੂਦ ਹਨ, ਤਾਂ ਉਹਨਾਂ ਨੂੰ ਉਹਨਾਂ ਦੇ ਘਰਾਂ 'ਚ ਹੀ ਆਈਸੋਲੇਟ ਕਰ ਦਿੱਤਾ ਜਾਏਗਾ। ਉਹ ਆਪਣੇ ਘਰਾਂ 'ਚ ਹੀ ਰਹਿੰਦੇ ਹੋਏ ਆਪਣਾ ਧਿਆਨ ਰੱਖਣ, ਆਪਣੀ ਦੇਖਭਾਲ ਕਰਨ ਅਤੇ ਉੱਥੇ ਹੀ ਉਸੇ ਤਰ੍ਹਾਂ ਹੀ ਸਾਡੇ ਡਾਕਟਰਸ ਦੀ ਟੀਮ ਉਹਨਾਂ ਦੇ ਨਾਲ ਸੰਪਰਕ ਵਿੱਚ ਰਹੇਗੀ, ਉਹਨਾਂ ਦਾ ਹਾਲ ਲੈਂਦੀ ਰਹੇਗੀ। ਜੇਕਰ ਕਦੇ ਵੀ ਲੱਗਿਆ ਕਿਸੇ ਨੂੰ ਕੋਈ ਸਮੱਸਿਆ ਹੈ ਤਾਂ ਉਸ ਨੂੰ ਤੁਰੰਤ ਡਾਕਟਰੀ ਸਹਾਇਤਾ ਮੁਹੱਈਆ ਕਰਾਈ ਜਾਏਗੀ। ਜੇਕਰ ਕੋਈ ਵਿਅਕਤੀ ਘਰਾਂ ਦੇ ਵਿੱਚ ਉਹਨਾਂ ਨੂੰ ਸਮੱਸਿਆ ਆਉਂਦੀ ਹੈ ਤਾਂ ਉਹਨਾਂ ਨੂੰ ਹੌਸਪੀਟਲ ਵਿੱਚ ਲਿਆਂਦਾ ਜਾਏਗਾ। ਇਸ ਲਈ ਮੇਰੀ ਅਪੀਲ ਹੈ ਕਿ ਲੋਕ ਇਸ ਨੂੰ ਡਰਨ ਨਾਲ, ਇਹ ਕੋਈ ਇਸ ਤਰ੍ਹਾਂ ਦਾ ਨਹੀਂ ਹੈ ਕਿ ਲੋਕਾਂ ਨੂੰ ਜਬਰਨ ਜ਼ਬਰਦਸਤੀ ਲਿਆ ਕੇ ਹਸਪਤਾਲ ਦੇ ਵਿੱਚ ਬੰਦ ਕਰ ਦਿੱਤਾ ਜਾਏਗਾ। ਇਸ ਤੋਂ ਇਲਾਵਾ ਅੱਜ ਦੀ ਡੇਟ ਵਿੱਚ ਸਾਡੀ ਸੈਂਪਲਿੰਗ ਨਵਾਂ ਸ਼ਹਿਰ, ਬਾਲਾਚੌਰ, ਬੰਗਾ ਹਰ ਜਗ੍ਹਾ ਹੋ ਰਹੀ ਹੈ। ਅਸੀਂ ਆਪਣੀ ਸੈਂਪਲਿੰਗ ਦੀ ਕੈਪੈਸਿਟੀ ਬਹੁਤ ਜ਼ਿਆਦਾ ਵਧਾਤੀ ਹੈ ਅਤੇ ਅਸੀਂ ਹੁਣ ਕਰੀਬ ਇੱਕ ਦਿਨ ਵਿੱਚ 500 ਤੋਂ ਲੈ ਕੇ 600 ਟੈਸਟ ਰੋਜ਼ਾਨਾ ਕਰ ਰਹੇ ਹਾਂ। ਸੋ ਮੇਰੀ ਅਪੀਲ ਹੈ ਲੋਕਾਂ ਨੂੰ ਕਿ ਸਰਕਾਰ ਨੇ ਇਸ 'ਤੇ ਬਹੁਤ ਮਿਹਨਤ ਕਰਕੇ, ਜ਼ਿਲ੍ਹਾ ਪ੍ਰਸ਼ਾਸਨ, ਸਿਹਤ ਮਹਿਕਮਾ ਸਾਰਿਆਂ ਨੇ ਬਹੁਤ ਮਿਹਨਤ ਕਰਦੇ ਹੋਏ ਇਹ ਸੈਂਪਲਿੰਗ ਕੈਪੈਸਿਟੀ ਨੂੰ ਵਧਾਇਆ ਹੈ। ਸੋ ਲੋਕਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ ਕਿ ਜੇ ਮੈਂ ਪੋਜ਼ੀਟਿਵ ਆ ਗਿਆ ਤਾਂ ਮੇਰੇ ਨਾਲ ਕੀ ਹੋਏਗਾ। ਜਿਸ ਤਰ੍ਹਾਂ ਸਾਨੂੰ ਕੁਝ ਸੂਚਨਾ ਮਿਲੀ ਕਿ ਕੁਝ ਲੋਕ ਹੈ ਜਿਨ੍ਹਾਂ ਨੂੰ ਲੱਛਣ ਲੱਗ ਰਹੇ ਹਨ, ਉਹਨਾਂ ਦੇ ਘਰ ਸਾਡੀ ਟੀਮ ਵੀ ਜਾਂਦੀ ਰਹੀ, ਉਹਨਾਂ ਨੂੰ ਫੋਨ ਕਰਕੇ ਸੰਪਰਕ ਵਿੱਚ ਉਹਨਾਂ ਨਾਲ ਕਰਦੇ ਰਹੇ ਕਿ ਤੁਸੀਂ ਆਓ ਜੀ, ਆਪਣਾ ਸੈਂਪਲ ਦਿਓ, ਜਾਂਚ ਕਰਾਓ। ਪਰੰਤੂ ਕਈ ਲੋਕ ਇਸ ਚੀਜ਼ ਨੂੰ ਡਰਦੇ ਹਨ, ਗੁਰੇਜ਼ ਕਰਦੇ ਹਨ ਕਿ ਅਸੀਂ ਜੇ ਸੈਂਪਲ ਦੇ ਦਿੱਤਾ ਸਾਨੂੰ ਹਸਪੀਟਲ ਵਿੱਚ ਬੰਦ ਕਰ ਦਿੱਤਾ ਜਾਏਗਾ। ਮੈਂ ਇਹ ਦੱਸਣਾ ਚਾਹ ਰਹੀ ਹਾਂ ਕਿ ਸਾਡੇ ਕੋਲ ਇੱਕ ਤਾਂ ਨੋਰਮਲ PCR ਸੈਂਪਲ ਹੁੰਦਾ ਹੈ, ਜਿਸ ਦੇ ਲਈ ਸੈਂਪਲ ਲੈ ਕੇ ਉਸ ਦਾ ਸੈਂਪਲ ਅਸੀਂ ਲੈਬ ਵਿੱਚ ਪਟਿਆਲਾ ਭੇਜਦੇ ਹਾਂ। ਪਟਿਆਲੇ ਤੋਂ 48 ਘੰਟਿਆਂ ਬਾਅਦ ਉਸ ਦਾ ਰਿਜ਼ਲਟ ਆਉਂਦਾ ਹੈ, ਜਿਸ ਤੋਂ ਬਾਅਦ ਉਸ ਦਾ ਰਿਜ਼ਲਟ ਘੋਸ਼ਿਤ ਕੀਤਾ ਜਾਂਦਾ ਹੈ। ਕੁਝ ਲੋਕ ਜਿਨ੍ਹਾਂ ਨੂੰ ਜੇ ਲੱਛਣ ਲੱਗਦੇ ਹਨ ਉਹਨਾਂ ਦਾ ਅਸੀਂ ਇੱਕ ਰੈਪਿਡ ਟੈਸਟ ਦੇ ਦੁਆਰਾ ਮੌਕੇ 'ਤੇ ਹੀ ਸੈਂਪਲ, ਮੌਕੇ 'ਤੇ ਹੀ ਟੈਸਟ ਕਰ ਸਕਦੇ ਹਾਂ, ਜਿਸ ਨਾਲ ਉਸ ਦਾ ਰਿਜ਼ਲਟ ਤੁਰੰਤ ਹੀ ਮਿਲ ਜਾਏਗਾ। ਸੋ ਜੇ ਕੋਈ ਵੀ ਵਿਅਕਤੀ ਨੂੰ ਲੱਗਦਾ ਹੈ, ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਕਿ ਸਾਨੂੰ ਕੁਆਰੰਟਾਈਨ ਕਰ ਦਿੱਤਾ ਜਾਏਗਾ, ਸਾਡਾ ਕੰਮ ਬੰਦ ਹੋ ਜਾਏਗਾ, ਸਾਡੀ ਦੁਕਾਨਾਂ ਬੰਦ ਹੋ ਜਾਣਗੀਆਂ, ਅਸੀਂ ਉਨੇ ਸਮੇਂ ਲਈ ਬਾਹਰ ਨਹੀਂ ਨਿਕਲ ਸਕਦੇ ਹਾਂ।
ਇਹ ਬਹੁਤ ਹੀ ਜ਼ਰੂਰੀ ਹੈ ਸਾਡੀ ਆਪਣੀ ਸੇਫਟੀ ਦੇ ਲਈ ਕਿ ਜੇ ਸਾਨੂੰ ਲੱਗਦਾ ਹੈ ਅਸੀਂ ਕਿਸੇ ਦੇ ਸੰਪਰਕ ਵਿੱਚ ਆਏ ਹਾਂ, ਅਸੀਂ ਕਿਸੇ ਨਾਲ ਕੰਟੈਕਟ ਵਿੱਚ ਆਏ ਹਾਂ, ਸਾਨੂੰ ਕੋਈ ਲੱਛਣ ਹੋ ਰਹੇ ਹਨ, ਤਾਂ ਅਸੀਂ ਤੁਰੰਤ ਅੱਗੇ ਆਈਏ, ਆਪਣਾ ਸੈਂਪਲ ਕਰਾਈਏ। ਇਹ ਸਾਡੀ ਆਪਣੀ ਸੇਫਟੀ, ਸਾਡੇ ਪਰਿਵਾਰ ਦੀ ਸੇਫਟੀ ਲਈ ਬਹੁਤ ਹੀ ਜ਼ਰੂਰੀ ਹੈ। ਇਸ ਤੋਂ ਇਲਾਵਾ ਮੈਂ ਤੁਹਾਡੇ ਨਾਲ ਇੱਕ ਹੋਰ ਗੱਲ ਸਾਂਝਾ ਕਰਨੀ ਚਾਹੁੰਦੀ ਹਾਂ। ਬਹੁਤ ਹੀ ਦੁੱਖ ਦੇ ਨਾਲ ਮੈਂ ਦੱਸ ਰਹੀ ਹਾਂ ਕਿ ਪਿਛਲੇ ਹਫ਼ਤੇ ਸਾਡੇ ਜ਼ਿਲ੍ਹੇ ਦੇ 3 ਮੌਤਾਂ ਇੱਕੋ ਹੀ ਦਿਨ ਵਿੱਚ ਹੋਈ ਹੈ ਅਤੇ ਕਈ ਵਾਰੀ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ ਕਿ ਡਾਕਟਰੀ ਬੈਸਟ ਸਹਾਇਤਾ ਮਿਲਣ ਦੇ ਬਾਵਜੂਦ ਵੀ, ਇਲਾਜ ਮਿਲਣ ਦੇ ਬਾਵਜੂਦ ਵੀ ਵਿਅਕਤੀ ਨੂੰ ਨਹੀਂ ਬਚਾਇਆ ਜਾ ਸਕਦਾ। ਇਸ ਤਰ੍ਹਾਂ ਦੇ ਕੇਸ ਦੇ ਵਿੱਚ ਅਸੀਂ ਪਰਿਵਾਰ ਵਾਲਿਆਂ ਦਾ, ਮੁਹੱਲੇ ਵਾਲਿਆਂ ਦਾ, ਰਿਸ਼ਤੇਦਾਰਾਂ ਦਾ ਦੁੱਖ ਸਮਝਦੇ ਹਾਂ, ਬਟ ਇਸ ਤਰ੍ਹਾਂ ਦੇ ਕੇਸ ਵਿੱਚ ਉਸ ਦੇ ਨਾਲ ਨਾਲ ਇਹ ਵੀ ਜ਼ਰੂਰੀ ਹੈ ਕਿ ਅਸੀਂ ਇਹਤਿਆਤ ਵਰਤੀਏ ਕਿ ਜਿਹੜੇ ਹੋਰ ਰਿਸ਼ਤੇਦਾਰ ਹੈ, ਪਰਿਵਾਰਿਕ ਮੈਂਬਰ ਹੈ, ਜੋ ਵੀ ਲੋਕ ਮ੍ਰਿਤਕ ਦੇ ਸੰਪਰਕ ਵਿੱਚ ਆਏ ਸੀਗੇ, ਜੋ ਵੀ ਕੋਵਿਡ ਪੋਜ਼ੀਟਿਵ ਮਰੀਜ਼ ਦੇ ਸੰਪਰਕ ਵਿੱਚ ਆਏ ਸੀ, ਉਹ ਵੀ ਆਪਣਾ ਧਿਆਨ ਰੱਖਣ, ਆਪਣਾ ਸਮੇਂ ਸਿਰ ਜਾਂਚ ਜ਼ਰੂਰ ਕਰਾਉਣ, ਸੈਂਪਲਿੰਗ ਜ਼ਰੂਰ ਕਰਾਉਣ, ਤਾਂ ਜੋ ਅਸੀਂ ਬਿਮਾਰੀ ਨੂੰ ਹੋਰ ਫੈਲਣ ਤੋਂ ਬਚਾ ਸਕੀਏ। ਜੇ ਕੋਈ ਹੋਰ ਵਿਅਕਤੀ ਉਹਨਾਂ ਦੇ ਸੰਪਰਕ ਵਿੱਚ ਆਏ ਸੀ, ਉਹਨਾਂ ਨੇ ਇਨਫੈਕਸ਼ਨ ਲੈ ਲਿਆ ਹੈ, ਤਾਂ ਉਹਨਾਂ ਦੀ ਜਲਦੀ ਜਾਂਚ ਹੋ ਜਾਏ, ਜਲਦੀ ਪਤਾ ਚੱਲ ਜਾਏ ਅਤੇ ਉਹਨਾਂ ਦਾ ਵੀ ਇਲਾਜ ਜਲਦੀ ਸ਼ੁਰੂ ਹੋ ਸਕੇ, ਤਾਂ ਕਿ ਅਸੀਂ ਇਸ ਬਿਮਾਰੀ ਤੋਂ ਤੇ ਰੋਕ ਲਗਾ ਸਕੀਏ, ਇਸ ਨੂੰ ਹੋਰ ਫੈਲਣ ਤੋਂ ਬਚਾ ਸਕੀਏ। ਸੋ ਇਸ ਦੇ ਲਈ ਬਹੁਤ ਹੀ ਜ਼ਰੂਰੀ ਹੈ ਕਿ ਮੈਂ ਬੇਨਤੀ ਕਰਾਂਗੀ, ਜਿੰਨੇ ਵੀ ਲੋਕ ਜੇ ਕੋਈ ਹੈ ਉਹ ਆਪਣੀ ਅੱਗੇ ਆ ਕੇ ਸੈਂਪਲਿੰਗ ਜ਼ਰੂਰ ਕਰਾਉਣ। ਸਾਡੇ ਕੋਲ ਰੈਪਿਡ ਟੈਸਟ ਦੀ ਵੀ ਸੁਵਿਧਾ ਹੈ ਜੋ ਬਿਲਕੁਲ ਫ੍ਰੀ ਆਫ ਕਾਸਟ ਹੈ। ਕਈ ਲੋਕਾਂ ਨੂੰ ਇਹ ਵੀ ਡਰ ਲੱਗਦਾ ਹੈ ਕਿ ਉਸ ਦੇ ਲਈ ਪੈਸੇ ਲੱਗਣਗੇ, ਇੰਨੀ ਕਾਸਟ ਹੈ ਉਸਦੀ, 1000 ਰੁਪਏ, 1500 ਰੁਪਏ, 2000 ਰੁਪਏ। ਇਹ ਬਿਲਕੁਲ ਨਹੀਂ ਹੈ। ਟੈਸਟ ਫ੍ਰੀ ਆਫ ਕਾਸਟ ਕੀਤਾ ਜਾਏਗਾ। ਤੁਸੀਂ ਜ਼ਰੂਰ ਆਓ, ਆਪਣਾ ਸੈਂਪਲ ਦਿਓ, ਆਪਣੀ ਜਾਂਚ ਕਰਾਓ। ਜੇ ਕਿਸੇ ਦੇ ਵੀ ਸੰਪਰਕ ਵਿੱਚ ਆਏ ਹੋ, ਜੇ ਕਿਸੇ ਨਾਲ ਵੀ ਕੰਟੈਕਟ ਹੋਇਆ ਹੈ, ਜੇ ਤੁਹਾਨੂੰ ਲੱਛਣ ਲੱਗਦੇ ਹਨ, ਬਿਮਾਰੀ ਦੇ ਲੱਛਣ ਮੈਂ ਦੁਬਾਰਾ ਸਾਰਿਆਂ ਨੂੰ ਦੱਸਣਾ ਚਾਹਾਂਗੀ। ਖੰਘ ਹੋਣਾ, ਬੁਖਾਰ ਲੱਗਣਾ, ਗਲੇ ਵਿੱਚ ਤਕਲੀਫ ਹੋਣਾ, ਕਿਸੇ ਚੀਜ਼ ਦਾ ਸਵਾਦ ਨਾ ਆਉਣਾ, ਖਾਣੇ ਵਿੱਚ ਸਵਾਦ ਦੀ ਕਮੀ ਲੱਗਣਾ, ਇਹ ਕੁਝ ਲੱਛਣ ਹਨ ਇਸ ਬਿਮਾਰੀ ਦੇ। ਸੋ ਜੇ ਆਪਾਂ ਨੂੰ ਲੱਗਦਾ ਹੈ ਕਿ ਕਿਸੇ ਨੂੰ ਵੀ ਇਸ ਤਰ੍ਹਾਂ ਦੇ ਲੱਛਣ ਹਨ, ਲੋਕਾਂ ਨੂੰ ਅਪੀਲ ਹੈ ਕਿ ਉਹ ਜ਼ਰੂਰ ਆਉਣ, 104 ਨੰਬਰ ਸਾਡੀ ਹੈਲਪਲਾਈਨ 'ਤੇ ਕਾਲ ਕਰਨ, ਆਪਣਾ ਟੈਸਟ ਕਰਵਾਉਣ। ਇਸ ਤੋਂ ਇਲਾਵਾ ਅੱਜ ਦੀ ਡੇਟ ਵਿੱਚ ਸਾਡੇ ਜ਼ਿਲ੍ਹੇ ਨਵਾਂ ਸ਼ਹਿਰ ਦੇ ਵਿੱਚ 2 ਮਾਈਕਰੋ ਕੰਟੇਨਮੈਂਟ ਜ਼ੋਨਸ ਹਨ, ਹਕੀਮਪੁਰ ਅਤੇ ਗੜੀ ਕਾਨੂੰਗੋਆ। ਇਹ ਏਰੀਆ ਸੀਲ ਕੀਤੇ ਗਏ ਹਨ। ਇੱਥੇ ਕੇਵਲ ਐਸੈਂਸ਼ੀਅਲ ਸਪਲਾਈ ਰਹਿਣਗੀਆਂ, ਬਾਕੀ ਸਾਰੀ ਚੀਜ਼ਾਂ ਦੀ ਆਵਾਜਾਈ, ਲੋਕਾਂ ਦੀ ਆਵਾਜਾਈ ਬੰਦ ਰਹੇਗੀ। ਸਰਕਾਰ ਨੇ ਕੋਵਿਡ ਦੇ ਨਾਲ ਵੱਧਦੇ ਹੋਏ ਕੇਸਾਂ ਨੂੰ ਦੇਖਦੇ ਹੋਏ ਰਾਤ ਦਾ ਕਰਫਿਊ ਸ਼ਹਿਰੀ ਇਲਾਕਿਆਂ ਦੇ ਵਿੱਚ 9 ਵਜੇ ਤੋਂ ਬਾਅਦ ਕਰ ਦਿੱਤਾ ਹੈ। ਹੁਣ ਸ਼ਹਿਰੀ ਇਲਾਕਿਆਂ ਦੇ ਵਿੱਚ ਰਾਤ ਨੂੰ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਰਾਤ ਦਾ ਕਰਫਿਊ ਲਾਗੂ ਰਹੇਗਾ। ਸੋਸ਼ਲ ਦੂਰੀ, ਸਮਾਜਿਕ ਦੂਰੀ ਬਣਾਏ ਰੱਖਣਾ। ਕਈ ਵਾਰੀ ਇਹ ਪਾਇਆ ਗਿਆ ਹੈ, ਕਈ ਵਾਰੀ ਇਹ ਦੇਖਿਆ ਗਿਆ ਹੈ ਕਿ ਸਮਾਜਿਕ ਦੂਰੀ ਪੂਰੀ ਤਰ੍ਹਾਂ ਨਹੀਂ ਬਣਾਈ ਜਾ ਰਹੀ ਹੈ। ਲੋਕ ਸੋਸ਼ਲ ਗੈਦਰਿੰਗਸ ਦੇ ਵਿੱਚ ਕਦੇ ਕਿਸੇ ਦਾ ਕੋਈ ਫੰਕਸ਼ਨ, ਕੋਈ ਦੋਸਤ ਮਿੱਤਰ, ਅਸੀਂ ਇਹ ਸੋਚ ਕੇ ਆਪਣਾ ਮਾਸਕ ਉਤਾਰ ਲੈਂਦੇ ਹਾਂ ਅਤੇ ਦੂਜੇ ਦੇ ਨਾਲ, ਲੋਕਾਂ ਦੇ ਨਾਲ ਇਕੱਠੇ ਹੋ ਕੇ ਕੋਈ ਫੰਕਸ਼ਨ, ਦੁੱਖ, ਹਰ ਚੀਜ਼ ਦੇ ਵਿੱਚ ਇਕੱਠੇ ਹੋ ਰਹੇ ਹਾਂ ਕਿ ਇਹ ਤਾਂ ਮੇਰਾ ਜਾਣਕਾਰ ਹੈ, ਇਹਦੇ ਨਾਲ ਕੀ ਹੁੰਦਾ ਹੈ। ਇੱਥੇ ਮੈਂ ਦੱਸਣਾ ਚਾਹ ਰਹੀ ਕਿ ਬਿਮਾਰੀ ਕਿਸੇ ਨੂੰ ਦੱਸ ਕੇ ਨਹੀਂ ਆਉਂਦੀ। ਮੈਨੂੰ ਵੀ ਹੋ ਸਕਦੀ ਹੈ, ਤੁਹਾਨੂੰ ਵੀ ਹੋ ਸਕਦੀ ਹੈ, ਕਿਸੇ ਨੂੰ ਵੀ ਹੋ ਸਕਦੀ ਹੈ। ਸੋ ਇੱਕ ਸਮਾਜਿਕ ਦੂਰੀ ਅਤੇ ਕਿਸੇ ਨਾਲ ਵੀ ਗੱਲਬਾਤ ਕਰਦੇ ਹੋਏ ਮਾਸਕ ਪਾ ਕੇ ਰੱਖਣਾ ਸਾਡੀ ਆਪਣੀ ਸੇਫਟੀ ਲਈ, ਸਾਡੀ ਆਪਣੀ ਸਿਕਿਉਰਿਟੀ ਦੇ ਲਈ ਬਹੁਤ ਹੀ ਜ਼ਰੂਰੀ ਹੈ। ਇਹ ਸਾਰਿਆਂ ਦੇ ਨਾਲ ਮੈਂ ਦੁਬਾਰਾ ਤੁਹਾਨੂੰ ਇਹ ਵਿਸ਼ਵਾਸ ਦਿਲਾਉਣਾ ਚਾਹੁੰਦੀ ਹਾਂ ਕਿ ਜ਼ਿਲ੍ਹਾ ਪ੍ਰਸ਼ਾਸਨ ਨਵਾਂ ਸ਼ਹਿਰ ਦੀ ਸਮੁੱਚੀ ਟੀਮ, ਸਾਰੀ ਪੁਲਿਸ ਫੋਰਸ, ਸਾਰੀ ਹੈਲਥ ਟੀਮ, ਅਸੀਂ ਸਾਰੇ ਪੂਰੇ ਸਮੇਂ, ਹਰ ਸਮੇਂ ਸਾਰਿਆਂ ਦੀ ਸੇਵਾ ਲਈ, ਨਵਾਂ ਸ਼ਹਿਰ ਵਾਸੀਆਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ, ਇਸ ਮਹਾਂਮਾਰੀ ਤੋਂ ਨਜਿੱਠਣ ਲਈ ਸਾਰੇ ਲੱਗੇ ਹੋਏ ਹਨ। ਸਾਡੇ ਸਟਾਫ, ਸਾਡੇ ਡਾਕਟਰ, ਸਾਡੀ ਟੀਮ, ਸਾਰੇ ਹਰ ਸਮੇਂ ਲੱਗੇ ਹੋਏ ਹਨ ਅਤੇ ਸਾਰੇ ਤੁਹਾਡੀ ਸੇਵਾ ਵਿੱਚ ਲੱਗੇ ਹੋਏ ਹਨ। ਪਰ ਇਹ ਚੀਜ਼, ਅਸੀਂ ਇਸ ਬਿਮਾਰੀ 'ਤੇ ਉਦੋਂ ਤੱਕ ਜਿੱਤ ਨਹੀਂ ਪਾ ਸਕਦੇ ਜਦੋਂ ਤੱਕ ਤੁਹਾਡਾ ਸਾਰਿਆਂ ਦਾ ਸਾਥ ਸਾਨੂੰ ਨਹੀਂ ਮਿਲਦਾ ਹੈ।
ਸੋ ਸਾਨੂੰ ਤੁਹਾਡੇ ਸਾਰਿਆਂ ਦੇ ਸਾਥ ਦੀ ਬਹੁਤ ਲੋੜ ਹੈ। ਅਸੀਂ ਨਾਲ ਮਿਲ ਕੇ ਰਲ ਮਿਲ ਕੇ ਲੜ ਕੇ ਤਾਂ ਹੀ ਅਸੀਂ ਇਸ ਬਿਮਾਰੀ 'ਤੇ ਜਿੱਤ ਪਾ ਸਕਦੇ ਹਾਂ। ਸੋ ਮੇਰੀ ਤੁਹਾਨੂੰ ਅਪੀਲ ਹੈ ਕਿ ਅਸੀਂ ਇਹ ਸਾਰੀ ਪ੍ਰੀਕਾਸ਼ਨਸ ਦਾ, ਇਹ ਸਾਰੀ ਸਾਵਧਾਨੀਆਂ ਦਾ ਖਾਸ ਤੌਰ 'ਤੇ ਧਿਆਨ ਰੱਖੀਏ, ਆਪਣੇ ਆਪ ਨੂੰ ਇਸ ਬਿਮਾਰੀ ਤੋਂ ਹੋਣ ਤੋਂ ਬਚਾਈਏ। ਅਤੇ ਜੇ ਸਾਨੂੰ ਕਿਸੇ ਸਮੇਂ ਲੱਗਦਾ ਹੈ ਕਿ ਸਾਨੂੰ ਇਸ ਬਿਮਾਰੀ ਦੇ ਲੱਛਣ ਹਨ, ਅਸੀਂ ਕਿਸੇ ਦੇ ਸੰਪਰਕ ਵਿੱਚ ਆਏ ਹਨ, ਜਾਂ ਕੋਈ ਵੀ ਡਾਕਟਰ ਜਾਂ ਹੈਲਥ ਟੀਮ ਤੁਹਾਨੂੰ ਸੰਪਰਕ ਕਰਦੀ ਹੈ, ਤੁਹਾਨੂੰ ਸੈਂਪਲ ਦੇਣ ਲਈ ਕਹਿੰਦੀ ਹੈ, ਤਾਂ ਪਲੀਜ਼ ਉਸ ਨੂੰ ਅਸੀਂ ਪੋਜ਼ੀਟਿਵਲੀ ਲੈ ਕੇ ਆਪਣਾ ਸੈਂਪਲ ਜ਼ਰੂਰ ਕਰਾਈਏ, ਆਪਣੀ ਜਾਂਚ ਜ਼ਰੂਰ ਕਰਾਈਏ। ਉਹ ਸਾਡੇ ਪਰਿਵਾਰ ਦੀ ਸਿਹਤ ਦੇ ਲਈ ਬਹੁਤ ਹੀ ਜ਼ਰੂਰੀ ਹੈ। ਥੈਂਕ ਯੂ। ਜੈ ਹਿੰਦ।